Hello everyone, today we will be doing solid state. So this is the chapter number 1. ਇਹ ਤੁਹਾਨੂੰ ਪਤਾ ਹੀ ਹੋਣਾ ਕਿ ਕੈਮਿਸਟਰੀ ਦਾ ਚੈਪਟਰ ਨੰਬਰ 1 ਹੈ ਇਹ। ਤਾਂ ਸੋਲਿਡ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਤਾਂ ਉਹਨਾਂ ਦੀਆਂ ਪ੍ਰੋਪਰਟੀਜ਼ ਲਿਖੀਆਂ ਹੋਈਆਂ ਨੇ, ਮਤਲਬ ਇੱਕ ਡੈਫੀਨੇਸ਼ਨ ਕਾਈਂਡ ਆਫ ਥਿੰਗ ਲਿਖੀ ਹੋਈ ਹੈ। ਪੜ੍ਹਦੇ ਹਾਂ ਚਲੋ। ਸੋਲਿਡ ਹੈਵ ਡੈਫੀਨੇਟ ਸ਼ੇਪ ਐਂਡ ਵੋਲਿਊਮ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਸੋਲਿਡਸ ਦੀ ਇੱਕ ਡੈਫੀਨੇਟ ਸ਼ੇਪ ਹੁੰਦੀ ਹੈ ਤੇ ਇੱਕ ਡੈਫੀਨੇਟ ਵੋਲਿਊਮ। ਛੋਟੀ ਕਲਾਸਾਂ ਤੋਂ ਪੜ੍ਹਦੇ ਆ ਰਹੇ ਹਾਂ। इट इज़ बिकॉज इन सॉलिड्स देयर कॉन्स्टिट्यूएंट पार्टिकल्स आर वेरी क्लोजली पैक्ड। मतलब कि ਜਿਹੜੇ ਉਹਨਾਂ ਦੇ कॉन्स्टिट्यूएंट पार्टिकल्स ਹੁੰਦੇ ਨੇ ਉਹ ਬਹੁਤ ਹੀ क्लोजली पैक्ड ਹੁੰਦੇ ਨੇ, ਕੁਝ ਇਸ ਤਰੀਕੇ ਨਾਲ। ਠੀਕ ਹੈ, ਜਿਹੜੇ ਪਾਰਟੀਕਲਸ ਨੇ ਇੱਕ ਦੂਜੇ ਦੇ ਬਹੁਤ ਜ਼ਿਆਦਾ ਨੇੜੇ ਨੇੜੇ ਪੈਕਡ ਹੁੰਦੇ ਨੇ। ਓਕੇ, ਜਿਹਦੇ ਕਰਕੇ ਉਹਨਾਂ ਦੇ ਵਿੱਚ ਇੱਕ ਸਟਰੋਂਗ ਇੰਟਰਮੋਲੀਕੂਲਰ ਫੋਰਸ ਹੁੰਦੀ ਹੈ। ਠੀਕ ਹੈ, ਹੈਂਸ ਦੇ ਹੈਵ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਹਾਈ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਦਾ ਕੀ ਮਤਲਬ ਹੁੰਦਾ ਕਿ ਉਹ ਬਹੁਤ ਹੀ ਜ਼ਿਆਦਾ ਟੈਂਪਰੇਚਰ 'ਤੇ ਮੈਲਟ ਕਰਦੇ ਨੇ ਜਾਂ ਬਹੁਤ ਹੀ ਜ਼ਿਆਦਾ ਟੈਂਪਰੇਚਰ 'ਤੇ ਉਹ ਬੋਇਲ ਕਰਦੇ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਆ ਜਾਂਦਾ ਉਹਨਾਂ ਦੀ ਸ਼ੇਪ ਵੀ ਫਿਕਸਡ ਹੁੰਦੀ ਹੈ ਅਤੇ ਉਹਨਾਂ ਦੀ ਵੋਲਿਊਮ ਵੀ ਫਿਕਸਡ ਹੁੰਦੀ ਹੈ। ਫਿਰ ਉਸ ਤੋਂ ਬਾਅਦ ਦਿੱਤਾ ਹੋਇਆ ਡਿਫਰੈਂਸ ਬਿਟਵੀਨ ਕ੍ਰਿਸਟਲਾਈਨ ਐਂਡ ਅਮੋਰਫਸ ਸੋਲਿਡਸ। ਠੀਕ ਹੈ, ਹੁਣ ਬੇਸਡ ਔਨ ਦਾ ਅਰੇਂਜਮੈਂਟ ਆਫ ਪਾਰਟੀਕਲਸ, ਠੀਕ ਹੈ, ਬੇਸਡ ਔਨ ਦਾ ਅਰੇਂਜਮੈਂਟ ਆਫ ਪਾਰਟੀਕਲਸ ਆਪਾਂ ਕੀ ਕਰ ਸਕਦੇ ਹਾਂ? ਸੋਲਿਡਸ ਨੂੰ ਦੋ ਟਾਈਪ ਦੇ ਸੋਲਿਡਸ ਦੇ ਵਿੱਚ ਕਲਾਸੀਫਾਈ ਕਰ ਸਕਦੇ ਹਾਂ। ਕਿਹੜੇ ਕਿਹੜੇ? ਇੱਕ ਅਮੋਰਫਸ ਅਤੇ ਇੱਕ ਕ੍ਰਿਸਟਲਾਈਨ। ਹੁਣ ਦੇਖੋ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ। ਜਿਹੜੇ ਸੋਲਿਡਸ ਦੇ ਵਿੱਚ ਤਾਂ ਰੈਗੂਲਰ ਅਰੇਂਜਮੈਂਟ ਹੋਊਗਾ ਪਾਰਟੀਕਲਸ ਦਾ, ਠੀਕ ਹੈ, ਮਤਲਬ ਇੱਕ ਰੈਗੂਲਰ ਅਰੇਂਜਮੈਂਟ ਦੇ ਵਿੱਚ ਹੋਣਗੇ ਉਹ ਹੋਣਗੇ ਕ੍ਰਿਸਟਲਾਈਨ, ਅਤੇ ਜਿਹਦੇ ਵਿੱਚ ਹੋਊਗਾ ਇਰੈਗੂਲਰ ਅਰੇਂਜਮੈਂਟ ਉਹ ਹੋਣਗੇ ਅਮੋਰਫਸ। ਪਹਿਲਾ ਪੁਆਇੰਟ ਤਾਂ ਆਪਣੇ ਕੋਲ ਇਹੀ ਬਣ ਜਾਏਗਾ। ਇਹਦੇ ਵਿੱਚ ਹੋ ਜਾਏਗਾ ਆਪਣੇ ਕੋਲ ਇਰੈਗੂਲਰ ਅਰੇਂਜਮੈਂਟ ਆਫ ਪਾਰਟੀਕਲਸ ਅਤੇ ਇਹਦੇ ਵਿੱਚ ਹੋ ਜਾਏਗਾ ਆਪਣੇ ਕੋਲ ਰੈਗੂਲਰ ਅਰੇਂਜਮੈਂਟ। ਇਹ ਤਾਂ ਤੁਹਾਨੂੰ ਕਲੀਅਰ ਹੀ ਹੋਏਗਾ, ਕੋਈ ਇਹਦੇ ਵਿੱਚ ਔਖੀ ਗੱਲ ਨਹੀਂ ਹੈ। ਠੀਕ ਹੈ, ਫਿਰ ਇਹਦੇ ਵਿੱਚ ਦੇਖੋ ਇਹਨਾਂ ਨੂੰ ਆਪਾਂ ਸੂਡੋ ਸੋਲਿਡਸ ਕਹਿੰਦੇ ਹਾਂ, ਮਤਲਬ ਇਹ ਰੀਅਲ ਦੇ ਵਿੱਚ ਆਪਣੇ ਕੋਲ ਸੋਲਿਡ ਨਹੀਂ ਹੁੰਦੇ। ਠੀਕ ਹੈ, ਆਪਾਂ ਮਤਲਬ ਇੱਕ ਸੂਡੋ ਮਤਲਬ ਕੀ ਹੁੰਦਾ? ਨਕਲੀ। ਠੀਕ ਹੈ, ਇਹ ਬੇਸਿਕਲੀ ਸੁਪਰ ਕੂਲਡ ਲਿਕੁਇਡਸ ਦੀ ਤਰ੍ਹਾਂ ਵੀ ਬਿਹੇਵ ਕਰਦੇ ਨੇ। ਠੀਕ ਹੈ, ਮਤਲਬ ਜੇ ਆਪਾਂ ਇਹਨਾਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਰੇਜ਼ ਕਰ ਦਈਏ ਤਾਂ ਇਹ ਕ੍ਰਿਸਟਲਾਈਨ ਵਾਂਗ ਬਿਹੇਵ ਕਰਨ ਲੱਗ ਜਾਂਦੇ ਨੇ ਜਾਂ ਲਿਕੁਇਡਸ ਦੇ ਵਾਂਗ ਬਿਹੇਵ ਕਰਨ ਲੱਗ ਜਾਂਦੇ ਨੇ। ਅਤੇ ਕ੍ਰਿਸਟਲਾਈਨ ਦੇ ਵਿੱਚ ਕੀ ਹੈ? ਟਰੂ ਸੋਲਿਡਸ ਨੇ ਇਹ। ਠੀਕ ਹੈ, ਹੁਣ ਜੇ ਆਪਾਂ ਇੱਕ ਚਾਕੂ ਦੇ ਨਾਲ ਇੱਕ ਅਮੋਰਫਸ ਸੋਲਿਡ ਨੂੰ ਕੱਟੀਏ, ਠੀਕ ਹੈ, ਵੈਨ ਕੱਟ ਵਿਦ ਅ ਨਾਈਫ, ਜੇ ਆਪਾਂ ਕੱਟੀਏ ਇੱਕ ਅਮੋਰਫਸ ਸੋਲਿਡ ਨੂੰ ਅਤੇ ਉਹ ਕਿਹਦੇ ਵਿੱਚ ਹੋ ਜਾਏਗਾ? ਇੱਕ ਇਰੈਗੂਲਰ ਸ਼ੇਪ ਦੇ ਵਿੱਚ ਕੱਟ ਹੋ ਜਾਏਗਾ। ਜਦਕਿ ਜਦ ਆਪਾਂ ਇੱਕ ਕ੍ਰਿਸਟਲਾਈਨ ਸੋਲਿਡ ਨੂੰ ਕੱਟੀਏ ਤਾਂ ਇਟ ਵਿਲ ਬੀ ਕੱਟ ਇਨਟੂ ਅ ਵੈਰੀ ਰੈਗੂਲਰ ਸ਼ੇਪ। ਠੀਕ ਹੈ, ਹੋਰ ਤੁਸੀਂ ਕੀ ਲਿਖ ਸਕਦੇ ਹੋ? ਐਗਜ਼ਾਮਪਲਸ ਦੇ ਸਕਦੇ ਹੋ। ਦੇ ਹੈਵ ਲੌਂਗ ਰੇਂਜ ਆਰਡਰ ਕ੍ਰਿਸਟਲਾਈਨ ਦੇ ਵਿੱਚ, ਅਮੋਰਫਸ ਦੇ ਵਿੱਚ ਆਪਣੇ ਕੋਲ ਸ਼ਾਰਟ ਰੇਂਜ ਆਰਡਰ ਹੁੰਦਾ ਹੈ। ਇਹਨਾਂ ਦਾ ਸ਼ਾਰਪ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਹੁੰਦਾ ਹੈ। ਦੇ ਡੂ ਨਾਟ ਹੈਵ ਸ਼ਾਰਪ ਮੈਲਟਿੰਗ ਪੁਆਇੰਟ ਵੈਨ ਕੱਟ ਵਿਦ, ਮਤਲਬ ਇੱਕ ਸਮੂਥ ਸਰਫੇਸ ਦੇ ਵਿੱਚ ਇਹ ਕੱਟ ਹੋ ਜਾਂਦੇ ਨੇ। ਠੀਕ ਹੈ, ਸਮੂਥ ਸਰਫੇਸ ਲਿਖ ਸਕਦੇ ਹੋ ਤੁਸੀਂ ਰੈਗੂਲਰ ਸ਼ੇਪ ਦੀ ਜਗ੍ਹਾ, ਰੈਗੂਲਰ ਸ਼ੇਪ ਦੀ ਜਗ੍ਹਾ ਯੂ ਕੈਨ ਰਾਈਟ ਵੈਨ ਕੱਟ ਵਿਦ ਅ ਨਾਈਫ ਕ੍ਰਿਸਟਲਾਈਨ ਸੋਲਿਡਸ ਹੈਵ ਅ ਸਮੂਥ ਸਰਫੇਸ। ਅਤੇ ਇੱਥੇ ਸਮੂਥ ਨਹੀਂ, ਇੱਥੇ ਕਿਆ ਆ ਜਾਊਗਾ? ਰਫ ਸਰਫੇਸ। ਠੀਕ ਹੈ, ਇੱਥੇ ਆਪਣੇ ਕੋਲ ਅਮੋਰਫਸ ਦੇ ਵਿੱਚ ਸ਼ਾਰਟ ਰੇਂਜ ਆਰਡਰ ਹੁੰਦਾ ਹੈ ਅਤੇ ਇੱਥੇ ਆਪਣੇ ਕੋਲ ਕੀ ਹੁੰਦਾ ਹੈ? ਲੌਂਗ ਰੇਂਜ ਆਰਡਰ। ਠੀਕ ਹੈ, ਹੋਰ ਕੀ ਦਿੱਤਾ ਹੋਇਆ ਆਪਾਂ ਨੂੰ? ਐਗਜ਼ਾਮਪਲਸ ਦਿੱਤੀਆਂ ਹੋਣਗੀਆਂ। ਠੀਕ ਹੈ, ਜਿਵੇਂ ਆਪਣੇ ਕੋਲ ਕ੍ਰਿਸਟਲਾਈਨ ਦੇ ਵਿੱਚ ਐਗਜ਼ਾਮਪਲ ਹੈ ਕੁਆਰਟਜ਼, ਕਾਪਰ, ਸਿਲਵਰ, ਆਇਰਨ, ਅਤੇ ਇੱਥੇ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੈ ਗਲਾਸ, ਰਬੜ ਅਤੇ ਪਲਾਸਟਿਕ ਦੀ। ਹੁਣ ਜਿਹੜੇ ਕ੍ਰਿਸਟਲਾਈਨ ਹੁੰਦੇ ਨੇ ਐਨਆਈਸੋਟ੍ਰੋਪਿਕ ਹੁੰਦੇ ਨੇ ਅਤੇ ਅਮੋਰਫਸ ਹੁੰਦੇ ਨੇ ਆਈਸੋਟ੍ਰੋਪਿਕ। ਠੀਕ ਹੈ, ਦੇ ਹੈਵ ਸੇਮ ਫਿਜ਼ੀਕਲ ਪ੍ਰੋਪਰਟੀ ਇਨ ਡਿਫਰੈਂਟ ਡਾਇਰੈਕਸ਼ਨ। ਹੁਣ ਜਿਹੜੀ ਐਨਆਈਸੋਟ੍ਰੋਪੀ ਅਤੇ ਆਈਸੋਟ੍ਰੋਪੀ ਹੈ ਇਹ ਬਹੁਤ ਹੀ ਇੰਪੋਰਟੈਂਟ ਜਿਹੜੀ ਹੈ ਪ੍ਰੋਪਰਟੀ ਹੈ। ਦੇਖੋ, ਆਈਸੋਟ੍ਰੋਪਿਕ ਦਾ ਕੀ ਅਰਥ ਹੁੰਦਾ ਹੈ ਕਿ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਨੇ, ਜਿਵੇਂ ਕੋਈ ਵੀ ਇਹ ਤੁਸੀਂ ਐਗਜ਼ਾਮਪਲ ਲੈ ਲਓ, ਕੋਈ ਵੀ ਇਹ ਸੋਲਿਡ ਹੈ, ਇਹਦੀਆਂ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਹੋਣਗੀਆਂ ਜਦ ਆਪਾਂ ਇਹਨੂੰ ਕੱਟ ਕਰਾਂਗੇ ਤਾਂ ਸਾਰੀਆਂ ਸੇਮ ਹੀ ਹੋਣਗੀਆਂ ਇੱਕ ਜੇ ਆਪਾਂ ਡਾਇਰੈਕਸ਼ਨ ਦੇ ਵਿੱਚ ਕੱਟ ਕਰੀਏ। ਠੀਕ ਹੈ, ਜਿਵੇਂ ਆਹ ਡਾਇਰੈਕਸ਼ਨ 'ਚ ਕੱਟ ਕਰ ਲਿਆ ਤਾਂ ਇਹਦੇ ਵਿੱਚ 3 ਹਿੱਸੇ ਆ ਰਹੇ ਨੇ। ਠੀਕ ਹੈ, 3 ਪੀਸ ਆ ਰਹੇ ਨੇ, ਮਤਲਬ ਸੇਮ ਫਿਜ਼ੀਕਲ ਪ੍ਰੋਪਰਟੀਜ਼ ਇਨ ਐਵਰੀ ਡਾਇਰੈਕਸ਼ਨ।
बट कई बार की होंगे सेम फिजिकल प्रॉपर्टीज़ नहीं होंगे इन एवरी डायरेक्शन, तो क्रिस्टलाइन दे विच सेम फिजिकल प्रॉपर्टीज़ नहीं होंगे, बट अमोरफस दे विच सेम फिजिकल प्रॉपर्टीज़ होंगे इन एवरी डायरेक्शन। तो ये की हो गया आइसोट्रॉपिक, तो आइसोट्रॉपिक दा ओपोजिट की हो गया अपने को एनआइसोट्रॉपिक। ठीक है, क्लियर। बस ये थोड़ा क्वेश्चन हो गया। उस तो बाद अपने को क्वार्ट्स ते ग्लास है। देखो अपन पता है, मैं थोड़ा एग्जाम्पल भी दसे ने भी, तुसी इन केस ऑफ क्रिस्टलाइन तुसी केड़े केड़े एग्जाम्पल दे सकते हो। यू कैन गिव एग्जाम्पल ऑफ आयरन, सिल्वर एंड गोल्ड, या तुसी इन्हां दे सिंबल भी यूज़ कर सकते हो लाइक Fe, Ag एंड Au। तो अमोरफस दे विच केड़े एग्जाम्पल दे सकते हो तुसी। यू कैन गिव एग्जाम्पल ऑफ रबड़ एंड ग्लास। हुण जिहड़ा नैक्सट डिफरेंस है ना क्वार्ट्स ते ग्लास दे विच, इट इज़ बेसिकली डिफरेंस बिटवीन क्वार्ट्स का एग्जाम्पल है क्रिस्टलाइन सॉलिड का। ठीक है, तो यदा ही एग्जाम्पल है, तो यह है ग्लास अपने को अमोरफस। बस मेन जो आपने इन्हों के डिफरेंसिस पढ़िया थोड़ा इस फॉर्म में भी आ सकता है वी डिफरेंशिएट बिटवीन क्वार्ट्स एंड ग्लास, तो तुसी फिर सेम वही चीज़ा लिख दोगे। ठीक है, फिर उस तो बाद इंपॉर्टेंट क्वेश्चंस ने रिलेटेड टू द टॉपिक। पहला क्वेश्चन है व्हाट आर सूडो सॉलिड्स और सुपर कूल्ड लिक्विड्स। तो जब मैं थोड़ा पढ़ा रही थी तो मैं थोड़ा दसिया सी भी अमोरफस सॉलिड्स जोड़े होंगे ने उन्होंने आप सुपर कूल्ड लिक्विड्स या फिर सूडो सॉलिड्स कहने। क्यों कहने? अमोरफस सॉलिड्स है शॉर्ट रेंज ऑर्डर, ये थोड़ा पता ही है कि उन्होंने एक शॉर्ट रेंज ऑर्डर होंगे, मतलब वह बहुत घट डिस्टेंस तक अपन जी मतलब उन्होंने स्ट्रक्चर फॉलो होंगे, इररेगुलर स्ट्रक्चर फॉलो होंगे वो। ठीक है, मतलब इररेगुलरिटीज़ होंदियां ने। ठीक है, विच हैज़ टेंडेंसी टू फ्लो वेरी स्लोली, हैंस इट इज़ ऑल्सो नोन एज सूडो सॉलिड और सुपर कूल्ड लिक्विड। ओके, why in old buildings large window panes or door we were made to thick at the bottom। ਵੀ ਕਹਿੰਦੇ ਜਿਹੜੀ ਵਿੰਡੋ ਪੇਨਸ ਹੁੰਦੀਆਂ ਨੇ ਉਹ ਥਿਕ ਕਿਉਂ ਹੋ ਜਾਂਦੀਆਂ ਨੇ ਬੋਟਮ ਤੇ। ਠੀਕ ਹੈ, ਵਿੰਡੋ ਪੇਨਸ ਆਰ ਥਿਕ ਐਟ ਦ ਬੋਟਮ ਬਿਕੋਜ਼ ਗਲਾਸ ਇਜ਼ ਅ ਸੁਪਰ ਕੂਲਡ ਲਿਕੁਇਡ। ਹੁਣ ਗਲਾਸ ਕੀ ਹੈ? ਅਮੋਰਫਸ ਸੋਲਿਡ, ਔਰ ਇਹਨੂੰ ਆਪਾਂ ਕੀ ਜਾਣਦੇ ਹਾਂ? ਅਮੋਰਫਸ ਨੂੰ ਆਪਾਂ ਕੀ ਕਹਿ ਸਕਦੇ ਹਾਂ? ਸੁਪਰ ਕੂਲਡ ਲਿਕੁਇਡ। ਹੁਣ ਇਹਦਾ ਮਤਲਬ ਮੈਂ ਤੁਹਾਨੂੰ ਦੱਸਦੀ ਹਾਂ ਕਿਸ ਤਰ੍ਹਾਂ। which flows in downward direction under the gravitational influence। Glass is a super coiled liquid which and behaves as a typical pseudo solid, maintains the property of fluidity. As a result, the top layer of the glass flows down and gradually become thick at the bottom। ठीक है, ਹੁਣ ਇਹ ਸੁਪਰ ਕੂਲਡ ਲਿਕੁਇਡ ਹੈ, ਕਿਹਦੀ ਗੱਲ ਕਰ ਰਹੇ ਹਾਂ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਧਿਆਨ ਨਾਲ ਲਿਖੋ ਜੇ ਪੇਪਰ 'ਚ ਆ ਗਿਆ ਕਿਵੇਂ ਲਿਖਣਾ। ਅਮੋਰਫਸ ਸੋਲਿਡ ਨੂੰ ਆਪਾਂ ਸੁਪਰ ਕੂਲਡ ਲਿਕੁਇਡ ਇਸ ਲਈ ਕਹਿੰਦੇ ਆ ਬਿਕੋਜ਼ it has the property of fluidity। ठीक है, the property to behave as fluids। ਹੁਣ fluids ਕਿਹੜੇ ਹੁੰਦੇ ਨੇ? gases ਤੇ solid, sorry gases ਤੇ liquids, ਇਹਨਾਂ ਨੂੰ ਆਪਾਂ fluids ਕਹਿੰਦੇ ਆ ਜਿਨ੍ਹਾਂ ਦੀ property ਹੁੰਦੀ ਹੈ flow ਕਰਨ ਦੀ, which have the tendency to flow। ਤਾਂ ਵਿੰਡੋ ਪੇਨਸ ਕਿਉਂ ਥਿਕ ਹੋ ਜਾਂਦੀਆਂ ਨੇ ਬੋਟਮ ਤੋਂ, ਮਤਲਬ ਬੋਟਮ ਤੇ ਉਹ ਮੋਟੀਆਂ ਮੋਟੀਆਂ ਕਿਉਂ ਹੋ ਜਾਂਦੀਆਂ? ਕਿਉਂਕਿ ਆਹ ਵਿੰਡੋ ਪੇਨ ਜਿਹੜੀ ਬਣੀ ਹੁੰਦੀ ਹੈ ਗਲਾਸ ਦੀ ਬਣੀ ਹੁੰਦੀ ਹੈ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਅਮੋਰਫਸ ਸੋਲਿਡ ਹੈ ਉਹਦੀ ਇੱਕ ਪ੍ਰੋਪਰਟੀ ਹੁੰਦੀ ਹੈ ਐਜ਼ ਅ ਲਿਕੁਇਡ ਬਿਹੇਵ ਕਰਨ ਦੀ। ਤਾਂ ਉੱਪਰ ਉੱਪਰੋਂ ਫਲੋ ਕਰੀ ਜਾਂਦਾ ਤੇ ਨੀਚੇ ਜਾ ਕੇ ਉਹ ਜਮ੍ਹਾਂ ਹੋ ਜਾਂਦਾ। ਜਦੋਂ ਨੀਚੇ ਜਾ ਕੇ ਇੱਥੇ ਜਮ੍ਹਾਂ ਹੋ ਜਾਂਦਾ ਤਾਂ ਇੱਥੇ ਕੀ ਹੋ ਜਾਂਦੀ ਹੈ? ਥਿਕ ਹੋ ਜਾਂਦੀ ਹੈ ਆਪਣੀ ਵਿੰਡੋ ਪੇਨ। ਠੀਕ ਹੈ, ਚਲੋ ਅੱਗੇ ਚੱਲਦੇ ਹਾਂ। What is a unit cell? The smallest repeating unit cell which is repeated again and again to form a crystal is called a unit cell। ਹੁਣ ਯੂਨਿਟ ਸੈੱਲ ਕੀ ਹੁੰਦਾ ਹੈ? ਯੂਨਿਟ ਸੈੱਲ ਕੀ ਹੁੰਦਾ ਹੈ? The smallest repeating unit ਹੁੰਦਾ ਹੈ which when it is the small regular sorry ਇੱਥੇ ਸੀ ਆਪਾਂ smallest repeating unit which is repeated again and again, ਜਿਹੜਾ ਕਿ ਬਾਰ-ਬਾਰ ਰਿਪੀਟ ਹੁੰਦਾ ਹੈ। which when repeated again and again generates a crystal lattice। generates a crystal lattice। ਹੁਣ ਦੇਖੋ
ਸਮੋਲੈਸਟ ਰਿਪੀਟਿੰਗ ਯੂਨਿਟ, ਹੁਣ ਤੁਸੀਂ ਕੋਈ ਵੀ ਕ੍ਰਿਸਟਲ ਲੈਟਿਸ ਦਾ ਐਗਜ਼ਾਮਪਲ ਲੈਂਦੇ ਹੋ ਤਾਂ ਤੁਸੀਂ ਪਹਿਲਾਂ ਇੱਦਾਂ ਹੀ ਬਣਾਉਂਦੇ ਹੋ, ਹੈ ਨਾ, ਇੱਦਾਂ ਹੀ ਬਣਾਉਂਦੇ ਹੋ ਕ੍ਰਿਸਟਲ ਲੈਟਿਸ ਨੂੰ। ਤਾਂ ਜਿਹੜਾ ਸਮੋਲੈਸਟ ਰਿਪੀਟਿੰਗ ਯੂਨਿਟ ਹੈ, ਮਤਲਬ ਇਕੱਲਾ ਜਿਹੜਾ ਸਮੋਲੈਸਟ ਪਾਰਟ ਹੈ ਕ੍ਰਿਸਟਲ ਲੈਟਿਸ ਦਾ, ਜਿਹਨੂੰ ਆਪਾਂ ਵਾਰ-ਵਾਰ ਰਿਪੀਟ ਕਰ ਰਹੇ ਹਾਂ, ਇਸ ਨੂੰ ਆਪਾਂ ਕਹਿੰਦੇ ਹਾਂ ਯੂਨਿਟ ਸੈੱਲ। ਠੀਕ ਹੈ, ਤਾਂ ਯੂਨਿਟ ਸੈੱਲ is the smallest constituent particle which when repeated again and again in different directions generates the entire crystal lattice। ठीक है, ਇਹ ਵਾਲੀ ਵੀਡੀਓ ਦੇ ਵਿੱਚ ਬਸ ਤੁਹਾਨੂੰ ਇਹੀ ਕਰਵਾਉਣਾ ਸੀ ਮੈਂ, ਅਮੋਰਫਸ ਤੇ ਕ੍ਰਿਸਟਲਾਈਨ ਦਾ ਵਿੱਚ ਦਾ ਡਿਫਰੈਂਸ ਕਰਵਾਉਣਾ ਸੀਗਾ, ਕੁਆਰਟਜ਼ ਤੇ ਗਲਾਸ ਦਾ ਵਿੱਚ ਡਿਫਰੈਂਸ ਕਰਾਉਣਾ ਸੀ। ਤਾਂ ਹੁਣ ਮੈਂ ਤੁਹਾਨੂੰ ਇਸ ਵੀਡੀਓ ਦੀ ਸਮਰੀ ਦੱਸ ਦਿੰਦੀ ਹਾਂ ਕਿ ਕੀ ਆਪਾਂ ਇਸ ਵੀਡੀਓ ਦੇ ਵਿੱਚ ਪੜ੍ਹਿਆ। ਠੀਕ ਹੈ, ਸਮਰੀ ਆਫ ਦ ਵੀਡੀਓ, ਅਮੋਰਫਸ ਤੇ ਕ੍ਰਿਸਟਲਾਈਨਸ ਦਾ ਡਿਫਰੈਂਸ ਕਰਿਆ ਆਪਾਂ ਨੇ, ਫਿਰ ਆਪਾਂ ਨੇ ਕਰਿਆ ਕੁਆਰਟਜ਼ ਤੇ ਗਲਾਸ ਦਾ ਡਿਫਰੈਂਸ, ਤੇ ਫਿਰ ਮੈਂ ਤੁਹਾਨੂੰ ਸੋਲਿਡ ਦੀ ਡੈਫੀਨੇਸ਼ਨ ਵੀ ਦਿੱਤੀ ਸੀ ਸਟਾਰਟਿੰਗ ਦੇ ਵਿੱਚ, ਸੋਲਿਡਸ ਵਾਟ ਆਰ ਸੋਲਿਡਸ, ਤੇ ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਦੱਸੀਆਂ ਸੀ ਮੈਨੇ ਤੁਹਾਨੂੰ ਸਟਾਰਟਿੰਗ ਦੇ ਵਿੱਚ। ਤੇ ਹੋਰ ਮੈਂ ਤੁਹਾਨੂੰ ਕੀ ਕਰਵਾਇਆ, 2 ਇੰਪੋਰਟੈਂਟ ਕੁਐਸਚਨਸ ਕਰਵਾਏ। ਠੀਕ ਹੈ, ਵੀ ਸੁਪਰ ਕੂਲ ਲਿਕੁਇਡਸ ਕੀ ਹੁੰਦੇ ਨੇ ਤੇ ਉਹਨਾਂ ਦੀ ਪ੍ਰੋਪਰਟੀ ਹੁੰਦੀ ਹੈ ਫਲੂਇਡਿਟੀ ਦੀ, ਇਹ ਕਰਵਾਇਆ। ਤੇ ਇੱਕ ਕਰਵਾਇਆ ਵੀ ਵਾਈ ਵਿੰਡੋ ਪੇਨਸ ਆਰ ਥਿਕ ਐਟ ਦੀ ਬੋਟਮ। ਠੀਕ ਹੈ, ਤੁਹਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਕਿ ਜਿਹੜਾ ਆ ਚੈਪਟਰ ਹੈ ਤੁਹਾਡਾ, ਇਟ ਇਜ਼ ਕਮਿੰਗ ਫॉर 5 ਮਾਰਕਸ। ਠੀਕ ਹੈ, ਤੇ ਬਹੁਤ ਹੁੰਦੇ ਨੇ 5 ਮਾਰਕਸ। ਇੱਕ ਮੈਨੂੰ ਲੱਗਦਾ ਇਹਦੇ ਵਿੱਚੋਂ ਇੱਕ ਤਾਂ MCQ ਆ ਰਿਹਾ, 2 ਨੰਬਰ ਦਾ ਥਿਊਰੀ ਬੇਸਡ ਆ ਰਿਹਾ, ਤੇ 2 ਨੰਬਰ ਦਾ ਹੀ ਤੁਹਾਡੇ ਕੋਲ ਨਿਊਮੈਰੀਕਲ ਆ ਰਿਹਾ। ਤੁਹਾਨੂੰ ਦੇਖੋ ਥਿਊਰੀ ਬੇਸ ਤੇ MCQ, ਇਹ ਤਾਂ ਮੈਨੂੰ ਲੱਗਦਾ ਇੱਕੋ ਜਿਹੀ ਕੈਟੇਗਰੀ ਦੇ ਅੰਡਰ ਹੀ ਫੋਲ ਕਰਦੇ ਨੇ। ਜੇ ਸਾਰੀ ਥਿਊਰੀ ਪੜ੍ਹ ਲਓਗੇ ਤਾਂ MCQ ਆਪਣੇ ਆਪ ਸੋਲਵ ਹੋ ਜਾਣਗੇ। ਤਾਂ ਕਰਕੇ ਆਪਾਂ ਨੂੰ ਨਿਊਮੈਰੀਕਲ ਪਲੱਸ ਥਿਊਰੀ ਦੋਨੋਂ ਹੀ ਕਲੀਅਰ ਹੋਣੀ ਚਾਹੀਦੀ ਆ। ਠੀਕ ਆ, ਤਾਂ ਇਹ ਹਲੇ ਪਹਿਲਾ ਪਾਰਟ ਹੀ ਸੀ ਵੀਡੀਓ ਦਾ, ਚੈਪਟਰ ਦਾ। ਤੁਹਾਨੂੰ ਇਹ ਵੀ ਮੈਂ ਦੱਸਦਾ ਕਿ ਇਸ ਚੈਪਟਰ ਦੇ ਟੋਟਲ 5 ਪਾਰਟਸ ਆਉਣਗੇ। ਠੀਕ ਹੈ, this was the first part and trust me this is a very easy chapter। ਬਸ ਥੋੜੇ ਫੋਕਸ ਦੀ ਲੋੜ ਹੈ ਤੇ ਆਪਾਂ ਫਿਰ ਆਪਣੇ ਜਿਹੜੇ 5 ਨੰਬਰ ਨੇ 5 ਮਾਰਕਸ ਨੇ ਜਿਹੜੇ ਉਹ ਆਪਾਂ ਸਿਕਿਉਰ ਕਰ ਲਾਂਗੇ।